ਹੈਲੋ एवरीवन। ਅੱਜ ਹੀ ਪੰਜਾਬ ਵਿੱਚ ਨਵੀਆਂ ਰਿਕਰੂਟਮੈਂਟਸ ਅਨਾਉਂਸ ਹੋਈਆਂ ਨੇ, ਨਵੀਆਂ ਵੈਕੈਂਸੀਜ਼ ਅਨਾਉਂਸ ਹੋਈਆਂ ਨੇ ਆਈਟੀ ਕੇਡਰ ਦੇ ਵਿੱਚ, ਜਿਹਦੀਆਂ ਟੋਟਲ ਪੋਸਟਾਂ ਨੇ 324 ਸੀਨੀਅਰ ਸਿਸਟਮ ਮੈਨੇਜਰ, ਅਸਿਸਟੈਂਟ ਮੈਨੇਜਰ ਐਂਡ ਟੈਕਨੀਕਲ ਅਸਿਸਟੈਂਟ। ਇਸ ਵੀਡੀਓ ਵਿੱਚ ਅਸੀਂ ਡਿਟੇਲ 'ਚ ਗੱਲ ਕਰਾਂਗੇ ਐਲੀਜੀਬਿਲਿਟੀ, ਕੁਆਲੀਫਿਕੇਸ਼ਨ, ਸਿਲੈਕਸ਼ਨ ਕ੍ਰਾਈਟੇਰੀਆ ਕੀ ਹੈ, ਐਪਲੀਕੇਸ਼ਨ ਫੀਸ ਕੀ ਰਹੇਗੀ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਸੀਨੀਅਰ ਅਸਿਸਟੈਂਟ ਮੈਨੇਜਰ। ਸੀਨੀਅਰ ਅਸਿਸਟੈਂਟ ਮੈਨੇਜਰ ਦੇ ਵਿੱਚ ਟੋਟਲ ਨੰਬਰ ਆਫ ਪੋਸਟ ਨੇ 2, ਜਿਹਦੇ ਵਿੱਚੋਂ ਇੱਕ ਜਰਨਲ ਦੀ ਪੋਸਟ ਔਰ ਇੱਕ ਐਸਸੀ ਦੀ ਹੈ। ਸੈਲਰੀ ਇਹਦੀ ਹੋਏਗੀ 1,25,000 ਪਰ ਮੰਥ। ਏਜ ਹੈ 18 to 37 ਐਜ਼ ਔਨ ਜਨਵਰੀ 1st 2020। ਓਬਵੀਅਸਲੀ ਜੋ ਵੀ ਏਜ ਰਿਲੈਕਸੇਸ਼ਨ ਹੈ ਉਹ ਕੈਟੇਗਰੀ ਦੇ ਵਿੱਚ ਅਲਾਉਡਡ ਹੈ। ਐਜੂਕੇਸ਼ਨਲ ਕੁਆਲੀਫਿਕੇਸ਼ਨ ਇਹਦੇ ਵਿੱਚ ਕੀ ਹੈ, ਇਹਦੇ ਵਿੱਚ ਤੁਸੀਂ BE ਜਾਂ BTech ਹੋਣੇ ਚਾਹੀਦੇ ਹੋ IT ਵਿੱਚ, ਇਲੈਕਟ੍ਰੋਨਿਕਸ ਜਾਂ ਕਮਿਊਨੀਕੇਸ਼ਨ, ਕੰਪਿਊਟਰ ਸਾਇੰਸ। ਸਾਰਿਆਂ ਦੇ ਵਿੱਚ ਇਹ ਮਿਨੀਮਮ ਤੁਹਾਡੇ, ਅਗਰ ਤੁਹਾਡੇ ਕੋਲ ਕੋਈ ਵੀ ਡਿਗਰੀ ਹੈ, ਤੁਹਾਡੀ ਡਿਗਰੀ ਦੇ ਵਿੱਚ ਤੁਹਾਡੇ 50% ਮਿਨੀਮਮ 50% ਮਾਰਕਸ ਹੋਣੇ ਚਾਹੀਦੇ ਨੇ। ਪਲੱਸ ਸਪੈਸ਼ਲ ਇਸ ਪੋਸਟ ਦੇ ਲਈ ਤੁਹਾਡੇ ਕੋਲ 9 ਈਅਰ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਇਨ ਫੀਲਡ ਆਫ ਇਨਫੋਰਮੇਸ਼ਨ ਕਮਿਊਨੀਕੇਸ਼ਨ ਟੈਕਨੋਲੋਜੀ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ, ਜਾਂ ਫਿਰ ਇੱਕ ਆਈਦਰ ਔਰ ਹੈ, ਠੀਕ ਹੈ ਜੀ। ਜਾਂ ਸ਼ੁੱਡ possess a master degree in computer application and MBA with minimum of 50% marks। ਜਾਂ ਫਿਰ ਤੁਹਾਡੇ ਕੋਲ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ ਕੰਪਿਊਟਰ ਐਪਲੀਕੇਸ਼ਨ ਦੇ ਵਿੱਚ ਜਾਂ MBA ਦੇ ਵਿੱਚ with minimum 50% marks and 11 years ਦਾ ਤੁਹਾਡੇ ਕੋਲ ਕੀ ਹੋਣਾ ਚਾਹੀਦਾ, ਐਕਸਪੀਰੀਅੰਸ ਹੋਣਾ ਚਾਹੀਦਾ ਹੈ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਦੇ ਵਿੱਚ, ਠੀਕ ਹੈ ਜੀ। ਨੈਕਸਟ ਪੋਸਟ ਹੈ ਤੁਹਾਡੀ ਸਿਸਟਮ ਮੈਨੇਜਰ ਦੀ। ਸਿਸਟਮ ਮੈਨੇਜਰ ਦੇ ਵਿੱਚ ਅਗੇਨ ਨੰਬਰ ਆਫ ਪੋਸਟ ਨੇ 19। ਜਰਨਲ ਦੀਆਂ 8 ਸੀਟ ਨੇ, SC ਦੀਆਂ 5 ਨੇ, BC ਦੀਆਂ 2 ਨੇ, ਠੀਕ ਹੈ ਜੀ। ਐਕਸ ਸਰਵਿਸਮੈਨ ਦੀਆਂ 2, 1 ਹੈਂਡੀਕੈਪ ਐਂਡ EWS ਇਕਨੋਮਿਕ ਵੀਕਰ ਸੈਕਸ਼ਨ ਫॉर ਜਰਨਲ, ਜਿਹੜੀ ਨਵੀਂ ਰਿਜ਼ਰਵੇਸ਼ਨ ਆਈ ਸੀ ਉਹਦੇ ਵੀ ਇੱਕ ਸੀਟ ਹੈ। ਸੈਲਰੀ 85,000 ਹੋਏਗੀ। 18 ਤੋਂ 37 ਈਅਰਸ ਤੱਕ ਤੁਹਾਡੀ ਏਜ ਹੈ। ਓਬਵੀਅਸਲੀ ਅਕੋਰਡਿੰਗ ਟੂ ਕੈਟੇਗਰੀ ਏਜ ਰਿਲੈਕਸੇਸ਼ਨ ਹੈ, ਠੀਕ ਹੈ ਜੀ। ਐਜੂਕੇਸ਼ਨਲ ਵੈਕੈਂਸੀ ਐਜੂਕੇਸ਼ਨਲ ਕੁਆਲੀਫਿਕੇਸ਼ਨ ਇਹਦੇ ਵਿੱਚ ਕੀ ਹੈ, ਡਿਗਰੀ ਅਗੇਨ ਤੁਹਾਡੇ ਕੋਲ BE ਜਾਂ BTech ਹੋਣੀ ਚਾਹੀਦੀ ਹੈ ਇਨਫੋਰਮੇਸ਼ਨ ਟੈਕਨੋਲੋਜੀ, ਇਲੈਕਟ੍ਰੋਨਿਕਸ ਕਮਿਊਨੀਕੇਸ਼ਨਸ ਜਾਂ ਫਿਰ ਕੰਪਿਊਟਰ ਸਾਇੰਸ ਦੀ। ਅਗੇਨ ਇੱਥੇ ਵੀ ਸੇਮ ਕ੍ਰਾਈਟੇਰੀਆ ਹੈ, 50% ਮਾਰਕਸ ਹੋਣੇ ਚਾਹੀਦੇ ਤੁਹਾਡੇ। ਜੋ ਵੀ ਡਿਗਰੀ ਹੈ ਉਹਦੇ ਵਿੱਚ ਤੁਹਾਡੇ ਐਟਲੀਸਟ ਮਿਨੀਮਮ ਮਤਲਬ ਘੱਟੋ ਘੱਟ ਤੁਹਾਡੇ 50% ਡਿਗਰੀ ਦੇ ਮਾਰਕਸ ਬਣਨੇ ਚਾਹੀਦੇ ਨੇ। ਇਹਦੇ ਵਿੱਚ ਅਗੇਨ ਐਕਸਪੀਰੀਅੰਸ ਚਾਹੀਦਾ 4 ਈਅਰਸ ਦਾ ਇਨ ਦਾ ਫੀਲਡ ਆਫ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ, ਜਾਂ ਫਿਰ ਤੁਹਾਡੀ ਮਾਸਟਰਸ ਹੋਣੀ ਚਾਹੀਦੀ ਹੈ ਕੰਪਿਊਟਰ ਐਪਲੀਕੇਸ਼ਨਸ ਦੇ ਵਿੱਚ ਜਾਂ MBA ਹੋਵੇ ਵਿਦ 50% ਮਾਰਕਸ ਹੋਣੇ ਚਾਹੀਦੇ ਆ। ਪਲੱਸ ਤੁਹਾਡੇ ਕੋਲ 6 ਈਅਰ ਐਕਸਪੀਰੀਅੰਸ ਹੋਣਾ ਚਾਹੀਦਾ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਦੇ ਵਿੱਚ। ਨੈਕਸਟ ਤੁਹਾਡੀ ਪੋਸਟ ਹੈ ਅਸਿਸਟੈਂਟ ਮੈਨੇਜਰ ਦੀ। ਅਸਿਸਟੈਂਟ ਮੈਨੇਜਰ ਦੇ ਵਿੱਚ ਇੱਥੇ ਜ਼ਿਆਦਾ ਪੋਸਟਾਂ ਨੇ, ਠੀਕ ਹੈ ਜੀ। ਜਿੱਦਾਂ ਕਿ ਟੋਟਲ ਨੰਬਰ ਆਫ ਪੋਸਟ ਨੇ 57, ਜਿਸ ਦੇ ਵਿੱਚ ਜਰਨਲ ਦੀਆਂ ਕੀ ਨੇ 23 ਨੇ, 15 ਨੇ। ਅਗੇਨ 15 ਦੇ ਵਿੱਚੋਂ SC ਦੀਆਂ 15 ਪੋਸਟਾਂ ਨੇ ਅਗੇਨ, ਜਿਹਦੇ ਵਿੱਚੋਂ ਤੁਹਾਡੀਆਂ 2 ਐਕਸ ਸਰਵਿਸਮੈਨ ਨੇ, 1 ਕੀ ਹੈ ਸਪੋਰਟਸ ਕੋਟੇ ਦੀ ਹੈ, ਠੀਕ ਹੈ ਜੀ। ਅਗੇਨ ਉਸੇ ਤਰ੍ਹਾਂ BC ਹੈ, BC ਕੈਟਾਗਰੀ ਦੀਆਂ ਤੁਹਾਡੀਆਂ 7 ਪੋਸਟ ਨੇ, ਉਹਦੇ ਵਿੱਚੋਂ ਇੱਕ ਐਕਸ ਸਰਵਿਸਮੈਨ ਦੀ ਪੋਸਟ ਹੈ, ਅਨਦਰ ਐਕਸ ਸਰਵਿਸਮੈਨ ਦੀ ਪੋਸਟ 4 ਨੇ, ਹੈਂਡੀਕੈਪ 2 ਨੇ। ਅਗੇਨ EWS ਇਕਨੋਮਿਕ ਵੀਕਰ ਸੈਕਸ਼ਨ ਜਰਨਲ ਦਾ, ਉਹਦੇ ਵਿੱਚ ਕੀ ਨੇ 5 ਪੋਸਟਾਂ ਨੇ, ਇੱਕ ਸਪੋਰਟਸਮੈਨ ਦੇ ਲਈ ਹੈ। ਸੈਲਰੀ ਇਹਦੇ ਵਿੱਚ ਤੁਹਾਡੀ ਹੋਏਗੀ 55,000। ਅਗੇਨ ਏਜ ਕਿੰਨੀ ਆ 18 ਤੋਂ 37 ਸਾਲ। ਅਗੇਨ ਤੁਹਾਨੂੰ ਇਹਦੇ ਵਿੱਚ ਕੀ ਆ ਏਜ ਰਿਲੈਕਸੇਸ਼ਨ ਮਿਲੇਗੀ ਅਕੋਰਡਿੰਗ ਟੂ ਦ ਕੈਟੇਗਰੀ। ਐਜੂਕੇਸ਼ਨਲ ਕੁਆਲੀਫਿਕੇਸ਼ਨ ਕੀ ਹੈ, ਡਿਗਰੀ ਇਨ BE ਐਂਡ BTech ਇਨ ਇਨਫੋਰਮੇਸ਼ਨ ਟੈਕਨੋਲੋਜੀ, ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ, ਕੰਪਿਊਟਰ ਸਾਇੰਸ ਐਂਡ ਵਿਦ ਮਿਨੀਮਮ ਆਫ 50 ਮਾਰਕਸ। ਮਤਲਬ ਕੋਈ ਵੀ ਡਿਗਰੀ ਹੈ ਨਾ ਵਿੱਚੋਂ ਤੁਹਾਡੇ ਕੋਲ, ਉਹਦੇ ਵਿੱਚ ਸਾਡੇ ਕੋਲ ਮਿਨੀਮਮ ਡਿਗਰੀ ਵਿੱਚ ਕਿੰਨੇ ਮਾਰਕਸ ਬਣਨੇ ਚਾਹੀਦੇ ਆ 50%। ਇਹਦੇ ਵਿੱਚ ਕੋਈ ਵੀ ਐਕਸਪੀਰੀਅੰਸ ਦੀ ਲੋੜ ਨਹੀਂ ਹੈ, ਅਗਰ ਤੁਹਾਡੇ ਕੋਲ ਇਹ ਵਾਲੀ ਡਿਗਰੀ ਹੈ। ਜਾਂ ਫਿਰ ਤੁਹਾਡੇ ਕੋਲ ਮਾਸਟਰ ਡਿਗਰੀ ਹੋਵੇ ਕੰਪਿਊਟਰ ਐਪਲੀਕੇਸ਼ਨਸ ਦੀ, MBA ਵਿਦ ਮਿਨੀਮਮ ਆਫ 50% ਮਾਰਕਸ, ਠੀਕ ਹੈ। ਪਲੱਸ ਤੁਹਾਡੇ ਕੋਲ ਕੀ ਹੋਣਾ ਚਾਹੀਦਾ ਹੈ, ਪਲੱਸ ਤੁਹਾਡੇ ਕੋਲ 2 ਈਅਰ ਐਕਸਪੀਰੀਅੰਸ ਹੋਣਾ ਚਾਹੀਦਾ ਹੈ in the field of information and communication technology, ठीक है जी। next है this is of assistant manager। सब तो ज़्यादा पोस्ट ने 246, जर्नल दियाँ 96 ने। then again SC दियाँ 62 ने, जिहदे विच 9 एक्स सर्विसमैन ने एंड 3 की ने स्पोर्ट्समैन। अगेन BC विच 29 ने, ਉਹਦੇ ਵਿੱਚੋਂ ਹੀ 5 ਐਕਸ ਸਰਵਿਸਮੈਨ ਦੀਆਂ ਨੇ। ਹੋਰ ਐਕਸ ਸਰਵਿਸਮੈਨ ਦੀਆਂ 18 ਅਲੱਗ ਤੋਂ ਨੇ, ਹੈਂਡੀਕੈਪ ਦੀਆਂ 10 ਐਂਡ EWS ਇਕਨੋਮਿਕ ਵੀਕਰ ਸੈਕਸ਼ਨ ਜਰਨਲ ਦੇ ਲਈ 24 ਸੀਟਾਂ ਉੱਥੇ ਨੇ।
फ्रीडम फाइटर ਦੀਆਂ 2 ਸੀਟਾਂ ਨੇ, ਸਪੋਰਟਸਮੈਨ ਦੀਆਂ 5 ਸੀਟਾਂ ਨੇ। ਸੈਲਰੀ ਹੋਏਗੀ 35,000, ਏਜ ਅਗੇਨ 18 ਤੋਂ 37 ਈਅਰਸ ਹੈ। एजुकेशनल क्वालिफिकेशन जो इसकी है, डिग्री इन BE BTech इन इंफॉर्मेशन टेक्नोलॉजी इलैक्ट्रॉनिक्स एंड कम्युनिकेशन एंड कंप्यूटर साइंस विद मिनिमम 50% मार्क्स। ठीक है जी, कोई भी थोड़े को बैचलर डिग्री है मिनिमम कितने मार्क्स होने चाहिए 50 डिग्री। अगेन अगर तुहाडे कोल मास्टर डिग्रीज है इन कंप्यूटर्स एंड या फिर तुसी MBA हो, ਉਹਦੇ ਵਿੱਚ ਵੀ ਤੁਹਾਡੇ ਕੋਲ ਮਿਨੀਮਮ 50% ਮਾਰਕਸ ਹੋਣੇ ਚਾਹੀਦੇ ਆ, ਪਲੱਸ ਉਹਦੇ ਵਿੱਚ ਤੁਹਾਡੇ ਕੋਲ 2 ਇਅਰਸ ਕੀ ਹੋਣਾ ਚਾਹੀਦਾ ਹੈ, ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਨੈਕਸਟ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ ਜੌਬਸ ਹੈ। ਤਾਂ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਪੰਜਾਬੀ ਲੈਂਗੁਏਜ ਜ਼ਰੂਰ ਹੋਣੀ ਚਾਹੀਦੀ ਹੈ, ਜਾਂ ਤੁਸੀਂ 10th ਦੇ ਵਿੱਚ ਮੈਟ੍ਰਿਕ ਦੇ ਵਿੱਚ ਤੁਸੀਂ ਪੰਜਾਬੀ ਕੀਤੀ ਹੋਵੇ, ਪੰਜਾਬੀ ਦਾ 10th ਦੇ ਵਿੱਚ ਪੰਜਾਬੀ ਦਾ ਪੇਪਰ ਦਿੱਤਾ ਹੋਵੇ, ਜਾਂ ਫਿਰ ਜਿਵੇਂ ਕਿ ਸਪੈਸ਼ਲ ਪੰਜਾਬ ਐਜੂਕੇਸ਼ਨ ਬੋਰਡ ਦੇ ਵਿੱਚ ਜਾ ਕੇ ਜਾਂ ਹੋਰ ਇੰਸਟੀਟਿਊਟ ਜੋ ਵੀ ਰੈਕੋਗਨਾਈਜ਼ਡ ਇੰਸਟੀਟਿਊਟ ਜਾਂ ਬੋਰਡ ਹੈ ਉਹਦੇ ਵਿੱਚ ਤੁਸੀਂ ਪੰਜਾਬੀ ਲੈਂਗੁਏਜ ਦਾ ਪ੍ਰੋਫੈਂਸੀ ਟੈਸਟ ਦਿੱਤਾ ਹੋਵੇ। ਠੀਕ ਹੈ ਜੀ, ਜਿਹੜਾ ਕਿ ਡਿਪਾਰਟਮੈਂਟ ਕਿਹਦੇ ਅੰਡਰ ਆਉਂਦਾ, ਗਵਰਨਮੈਂਟ ਆਫ ਪੰਜਾਬ ਦੇ ਅੰਡਰ ਆਉਂਦਾ। ਬੇਸਿਕਲੀ ਬੱਚੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਉੱਥੇ ਜਾ ਕੇ ਤੁਸੀਂ ਪਤਾ ਕਰ ਸਕਦੇ ਹੋ, ਉੱਥੇ ਪੇਪਰ ਹੁੰਦਾ ਹੈ। ਜੇ ਤੁਹਾਡੇ ਕੋਲ ਨਹੀਂ ਹੈ ਇਹ ਪੇਪਰ, ਤੁਸੀਂ ਪੰਜਾਬੀ ਨਹੀਂ ਕੀਤੀ ਹੋਈ, ਤੁਸੀਂ ਕਰ ਲਓ, ਫਰਦਰ ਅੱਗੇ ਲਈ ਵੀ ਕਰ ਸਕਦੇ ਹੋ, ਕਿਉਂਕਿ ਪੰਜਾਬ ਦੇ ਹਰ ਐਗਜ਼ਾਮ ਦੇ ਵਿੱਚੋਂ ਮਿਨੀਮਮ 10th ਦੇ ਵਿੱਚ ਪੰਜਾਬੀ ਤਾਂ ਮੰਗਦੇ ਹੀ ਨੇ। ਨੈਕਸਟ ਹੈ ਸਿਲੈਕਸ਼ਨ ਕ੍ਰਾਈਟੇਰੀਆ ਕੀ ਹੈ। ਸਿਲੈਕਸ਼ਨ ਕ੍ਰਾਈਟੇਰੀਆ ਵਿੱਚ ਸੀਨੀਅਰ ਸਿਸਟਮ ਮੈਨੇਜਰ ਜਾਂ ਸਿਸਟਮ ਮੈਨੇਜਰ ਜਾਂ ਅਸਿਸਟੈਂਟ ਮੈਨੇਜਰ ਇਹਨਾਂ ਦਾ ਪੇਪਰ ਹੋਏਗਾ। ਠੀਕ ਹੈ ਜੀ, ਜਿਹਦੇ ਵਿੱਚ ਰਿਟਨ 100 ਕੁਐਸਚਨਸ ਨੇ। ਠੀਕ ਹੈ, 2 ਆਵਰਸ ਦੇ ਵਿੱਚ 100 ਕੁਐਸਚਨ ਆਉਣਗੇ, ਜਿਹਦੀ ਵੇਟੇਜ ਹੈ 80%। ਦੈਨ ਇਹਨਾਂ ਤਿੰਨਾਂ ਪੋਸਟਾਂ ਦੇ ਵਿੱਚ ਕੀ ਹੋਏਗੀ, ਫਾਈਨਲ ਇੰਟਰਵਿਊ ਵੀ ਹੋਏਗੀ, ਉਹ ਵੀ 100 ਨੰਬਰ ਦੀ ਹੈ, ਜਿਹਦੀ ਵੇਟੇਜ ਕੀ ਹੈ 20%। ਟੋਟਲ 200 ਮਾਰਕਸ ਦਾ ਇਹ ਪੇਪਰ ਹੋ ਗਿਆ। ਠੀਕ ਹੈ ਜੀ, ਪਰ ਅਗਰ ਮੈਂ ਨੈਕਸਟ ਗੱਲ ਕਰਾਂ ਟੈਕਨੀਕਲ ਮੈਨੇਜਰ ਦੀ, ਇੱਥੇ ਸਿਰਫ ਰਿਟਨ ਹੋਗਾ, ਮਤਲਬ ਕਿ 100 ਕੁਐਸਚਨਸ ਆਉਣਗੇ ਤੁਹਾਨੂੰ। ਰਿਟਨ ਦੇ ਬੇਸਿਸ 'ਤੇ ਹੀ ਤੁਹਾਡਾ ਕੀ ਹੋਏਗਾ, ਸਿਲੈਕਸ਼ਨ ਹੋਏਗੀ। ਇਹਦੇ ਵਿੱਚ ਨੋ ਇੰਟਰਵਿਊ, ਇਹਦੇ ਵਿੱਚ ਕੋਈ ਇੰਟਰਵਿਊ ਨਹੀਂ ਹੈ। ਨੈਕਸਟ ਐਗਜ਼ਾਮੀਨੇਸ਼ਨ ਸੈਂਟਰ ਚੰਡੀਗੜ੍ਹ ਜਾਂ ਮੋਹਾਲੀ ਵਿੱਚ ਹੋਣਗੇ। ਤੁਸੀਂ ਆਪਣਾ ਫਾਰਮ ਆਨਲਾਈਨ ਫਾਰਮ 14 ਅਗਸਤ ਤੋਂ ਪਹਿਲਾਂ ਇਸ ਵੈਬਸਾਈਟ ਉੱਤੇ ਫਿਲ ਕਰ ਸਕਦੇ ਹੋ 5 ਵਜੇ ਤੋਂ ਪਹਿਲਾਂ। ਔਰ ਬਾਕੀ ਬਾਅਦ ਵਿੱਚ ਤੁਹਾਡੇ ਜੋ ਵੀ ਰੋਲ ਨੰਬਰ ਵਗੈਰਾ ਅਵੇਲੇਬਲ ਹੋਣਗੇ ਜਾਂ ਐਡੀਸ਼ਨਲ ਜੋ ਵੀ ਇਨਫੋਰਮੇਸ਼ਨ ਹੈ ਤੁਹਾਨੂੰ ਇਸ ਵੈਬਸਾਈਟ ਉੱਤੇ ਮਿਲੇਗੀ। ਇਸ ਰਿਕਰੂਟਮੈਂਟ ਦੇ ਰਿਗਾਰਡਿੰਗ ਹਾਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਸੀ, ਕਿਉਂਕਿ ਪਹਿਲਾਂ ਇਹ ਰਿਕਰੂਟਮੈਂਟ ਫੈਬਰਰੀ ਦੇ ਵਿੱਚ ਆਈ ਸੀ ਅਤੇ ਹੁਣ ਹਾਈ ਕੋਰਟ ਨੇ ਹੀ ਬੋਲਿਆ ਹੈ ਕਿ ਦੁਬਾਰਾ ਰਿਕਰੂਟਮੈਂਟ ਓਪਨ ਕਰ ਦਿੱਤੀ ਜਾਵੇ। ਇਸ ਲਈ ਦੁਬਾਰਾ ਹਾਈ ਕੋਰਟ ਨੇ ਹੀ ਟਾਈਮ ਦਿੱਤਾ ਹੈ ਕਿ 14 ਅਗਸਤ ਤੱਕ ਨਿਊ ਐਪਲੀਕੇਸ਼ਨਸ ਨੂੰ ਇਨਵਾਈਟ ਕਰ ਸਕਦੇ ਹੋ। ਇਸ ਲਈ ਜਿਨ੍ਹਾਂ ਨੇ ਪਹਿਲਾਂ ਆਲਰੇਡੀ ਫਾਰਮ ਭਰਿਆ ਹੋਇਆ, ਜਿਨ੍ਹਾਂ ਨੇ ਪਹਿਲਾਂ ਹੀ ਇਹ ਫਾਰਮ ਫਿਲ ਕੀਤਾ ਹੋਇਆ, ਉਹਨਾਂ ਨੂੰ ਦੁਬਾਰਾ ਫਾਰਮ ਫਿਲ ਕਰਨ ਦੀ ਜ਼ਰੂਰਤ ਨਹੀਂ ਹੈ। ਐਪਲੀਕੇਸ਼ਨ ਫੀਸ ਜਨਰਲ ਦੀ 1000 ਹੈ। ਐਪਲੀਕੇਸ਼ਨ ਫੀਸ ਜਨਰਲ ਦੀ 1000 ਹੈ। ਫਿਜ਼ੀਕਲ ਡਿਸੇਬਲਡ ਕੈਟੇਗਰੀ ਦੀ 500 ਹੈ। SC BC ਦੀ 250 ਹੈ। ਐਂਡ ਦਿਸ ਇਜ਼ ਨਾਨ ਰਿਫੰਡੇਬਲ ਪੇਮੈਂਟ। 5 ਵਜੇ ਤੋਂ ਪਹਿਲਾਂ ਤੁਸੀਂ ਆਪਣੀ ਫੀਸ ਵੀ ਜਮ੍ਹਾਂ ਕਰਾਉਣੀ ਹੈ। ਏਜ ਰਿਲੈਕਸੇਸ਼ਨ SC BC ਨੂੰ 5 ਇਅਰਸ ਫੋਰ ਐਗਜ਼ਾਮਪਲ, ਜਿਵੇਂ ਕਿ ਜਨਰਲ ਨੂੰ 37 ਹੈ ਤਾਂ ਉਹਦੇ ਵਿੱਚ 5 ਇਅਰਸ ਐਡ ਕਰ ਲਓ, ਮਤਲਬ SC BC ਨੂੰ 42 ਤੱਕ ਹੈ। ਉਸੇ ਤਰ੍ਹਾਂ ਹੈਂਡੀਕੈਪ ਨੂੰ 10 ਇਅਰਸ ਹੈ। ਜਨਰਲ ਦੀ ਅਗਰ 37 ਹੈ ਤਾਂ ਹੈਂਡੀਕੈਪ ਨੂੰ 10 ਇਅਰਸ ਟਿਲ 47 ਤੱਕ ਹੈ। ਰਿਲੈਕਸੇਸ਼ਨ ਤੁਹਾਡਾ 100 ਕੁਐਸਚਨਸ ਦਾ ਹੈ। ਇੱਕ ਕੁਐਸਚਨ ਦੇ 1 ਮਾਰਕ ਮਿਲੇਗਾ। 2 ਆਵਰਸ ਦਾ ਤੁਹਾਡਾ ਪੇਪਰ ਹੈ, ਜਿਸ ਦੇ ਵਿੱਚ 100 ਦੇ ਵਿੱਚੋਂ 60% ਤੁਹਾਨੂੰ ਕੀ ਆਏਗਾ, ਟੈਕਨੀਕਲ ਪੇਪਰ ਆਏਗਾ ਐਂਡ 40% ਤੁਹਾਨੂੰ ਆਏਗਾ ਜਨਰਲ ਐਗਜ਼ਾਮ ਆਏਗਾ, ਜਨਰਲ ਦੇ ਉੱਤੇ ਬੇਸਿਸ 'ਤੇ। ਟੂ ਕੁਆਲੀਫਾਈ ਫॉर द ਰਿਟਨ ਐਗਜ਼ਾਮੀਨੇਸ਼ਨ ਤੁਹਾਨੂੰ 40% ਕੀ ਹੈ, ਇਹਦੇ ਵਿੱਚ ਮਤਲਬ 24 ਮਾਰਕਸ ਲੈਣੇ ਹੈ। ਐਟਲੀਸਟ ਤੁਹਾਨੂੰ 40% ਟੈਕਨੀਕਲ ਸੈਕਸ਼ਨ ਵਿੱਚੋਂ ਸਕੋਰ ਕਰਨਾ ਹੀ ਪਏਗਾ। ਇਹ ਨਹੀਂ ਹੈ ਕਿ ਤੁਸੀਂ ਫੋਰ ਐਗਜ਼ਾਮਪਲ 60 ਨੰਬਰ ਲਏ ਨੇ, ਟੋਟਲ ਤੁਹਾਡੇ 60 ਨੰਬਰ ਨੇ, ਤੁਹਾਡੇ ਟੈਕਨੀਕਲ 'ਚੋਂ 20 ਨੰਬਰ ਨੇ ਐਂਡ ਤੁਸੀਂ 40 ਨੰਬਰ ਸਕੋਰ ਕਰ ਰਹੇ ਹੋ ਪੂਰੇ ਦੇ ਪੂਰੇ ਜਨਰਲ ਪੇਪਰ 'ਚੋਂ। ਠੀਕ ਹੈ ਜੀ, ਦੈਨ ਤੁਸੀਂ ਐਲੀਜੀਬਲ ਨਹੀਂ ਹੋਵੋਗੇ, ਚਾਹੇ ਕੱਟ ਆਫ ਕਿੱਥੇ ਜਾ ਰਹੀ ਹੈ, ਕੱਟ ਆਫ 50 ਤੇ ਆ ਕੇ ਬ੍ਰੇਕ ਹੋ ਜਾਏ, ਕੱਟ ਆਫ ਚਾਹੇ 50 ਤੇ ਆ ਜਾਏ, ਫਿਰ ਤੁਸੀਂ ਸਿਲੈਕਟ ਨਹੀਂ ਹੋ ਸਕਦੇ, ਕਿਉਂਕਿ ਤੁਹਾਨੂੰ ਇੱਥੇ 24 ਨੰਬਰ ਲੈਣੇ ਹੀ ਪੈਣਗੇ। ਠੀਕ ਹੈ ਜੀ, ਤਾਂ ਔਰ ਮਿਨੀਮਮ ਇੱਥੇ ਕੀ ਹੈ, ਔਰ ਓਵਰਆਲ ਦੇ ਵਿੱਚ ਤੁਹਾਡੇ ਐਟਲੀਸਟ 40 ਵੀ ਹੋਣੇ ਚਾਹੀਦੇ। ਫੋਰ ਐਗਜ਼ਾਮਪਲ ਅਗਰ ਸਿਰਫ ਥੋੜੇ ਗਿਵਨ ਪੋਸਟ ਦੇ ਅਕੋਰਡਿੰਗਲੀ, ਫੋਰ ਐਗਜ਼ਾਮਪਲ ਠੀਕ ਹੈ 100 ਪੋਸਟ ਨੇ, ਸਿਰਫ 50 ਬੱਚੇ ਨੇ ਜਿਹੜੇ 60% ਤੋਂ ਜ਼ਿਆਦਾ ਮਾਰਕਸ ਲੈ ਕੇ ਆਏ ਨੇ। 50% ਇਸ ਤਰ੍ਹਾਂ ਦੇ ਬੱਚੇ ਨੇ ਜਿਨ੍ਹਾਂ ਦੇ ਨੰਬਰ ਹੀ 30 ਬਣ ਰਹੇ ਨੇ। ਸੌਰੀ, ਉਹਨੇ ਕੀ ਕਿਹਾ, ਓਵਰਆਲ 40 ਨੰਬਰ ਵੀ ਹੋਣੇ ਚਾਹੀਦੇ ਨੇ। ਐਟਲੀਸਟ 100 ਵਿੱਚੋਂ 40 ਨੰਬਰ ਵੀ ਚਾਹੀਦੇ ਨੇ ਤੁਹਾਡੇ, ਅਗਰ ਤੁਸੀਂ ਸਿਲੈਕਟ ਹੋਣਾ ਚਾਹੁੰਦੇ ਹੋ। ਐਂਡ ਦੇयर ਇਜ਼ ਅ ਨੈਗੇਟਿਵ ਮਾਰਕਿੰਗ ਆਲਸੋ
0.25। अगर एक क्वेश्चन गलत करते हो तो थोड़े हाफ टू हाफ मतलब 0.25 मार्क्स कट्टे जाएंगे। सिलेबस की है इसका 60% सिलेबस थोड़ा की है ऑलरेडी थोड़ा दस चुकी हाँ मैं। 60% थोड़ा पेपर की है टैक्नीकल बेसिस से ये थोड़ा पूरा सिलेबस है जो कि लैवल की होएगा बैचलर लैवल होएगा। उसी तरह 40% जो थोड़ा सिलेबस होएगा उहदे विच रीजनिंग एंड इंग्लिश लैंग्वेज होएगी और वो भी बैंक पीओ दे लैवल का पेपर होएगा।